ਅੱਜ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਤਕਲੀਫ ਦਿੱਤੀ ਕਿ ਸਾਨੂੰ ਵੀ ਬਹੁਤ ਦੁੱਖ ਹੋ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੁਣਾਵ ਬਾਰ-ਬਾਰ ਰੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਉਹਨਾਂ ਦੀ ਪਾਰਟੀ ਵੱਲੋਂ। ਇਹ ਤੀਸਰਾ ਕੇਸ ਉਹਨਾਂ ਨੇ ਕੋਰਟ 'ਚ ਪਾਇਆ ਹੈ ਚੁਣਾਵ ਨੂੰ ਰੁਕਾਉਣ ਵਾਸਤੇ। ਪਹਿਲਾਂ ਉਹਨਾਂ ਨੇ ਇਸ ਬਹਾਨੇ ਨਾਲ ਚੁਣਾਵ ਰੁਕਵਾ ਰਹੇ ਸੀ ਕਿ ਵੋਟਾਂ ਬਣਨੀਆਂ ਚਾਹੀਦੀਆਂ ਨੇ। ਉਦੋਂ ਵੀ ਅਸੀਂ ਲਿਖਤੀ ਤੌਰ ਤੇ ਕੋਰਟ 'ਚ ਐਫੀਡੇਵਿਟ ਦਿੱਤਾ ਕਿ ਜਿਹੜੀਆਂ ਵੋਟਾਂ ਬਣ ਚੁੱਕੀਆਂ ਨੇ ਡੀਲਿਮਿਟੇਸ਼ਨ 'ਚ ਹੁਣ ਦੁਬਾਰਾ ਨਾ ਕੀਤਾ ਜਾਵੇ ਔਰ ਇਲੈਕਸ਼ਨ ਕਰਾਈ ਜਾਵੇ। ਪਾਰਟੀ ਪ੍ਰੈਜ਼ੀਡੈਂਟ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਔਰ ਮੇਰੇ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਐਫੀਡੇਵਿਟ ਦੇ ਕੇ ਅਸੀਂ ਉਦੋਂ ਇਲੈਕਸ਼ਨ ਕਰਾਈ। ਫਿਰ ਇਹਨਾਂ ਨੇ ਕੋਵਿਡ ਦੇ ਬਹਾਨੇ ਦੇ ਨਾਲ ਇਮੀਡੀਏਟਲੀ ਕੋਰਟ 'ਚ ਰਿਟ ਫਾਈਲ ਕਰ ਦਿੱਤੀ ਤਾਂ ਕਿ ਕੋਰਟ ਉੱਤੇ ਆਰਡਰ ਪਾਸ ਕਰ ਦੇਵੇ ਔਰ ਕੋਰਟ ਨੇ ਉਹ ਫਾਈਲ ਜਿਹੜੀ ਸੀਗੀ ਅਕਤੂਬਰ ਤੱਕ ਜਾਂ ਅਗਸਤ ਦੀ ਡੇਟ ਪਾ ਕੇ ਛੱਡ ਦਿੱਤੀ। ਸਾਨੂੰ ਸਮਝ ਆ ਗਿਆ ਕਿ ਇਹ ਕੋਰਟ ਦੇ ਬਹਾਨੇ ਤੋਂ ਇਲੈਕਸ਼ਨ ਰੁਕਾਉਣਾ ਚਾਹੁੰਦੇ ਨੇ। ਅਸੀਂ ਇਮੀਡੀਏਟਲੀ ਫਿਰ ਦੁਬਾਰਾ ਕੋਰਟ 'ਚ ਰਿਟ ਫਾਈਲ ਕੀਤੀ। ਉਦੋਂ ਵੀ ਕੋਰਟ ਨੇ ਸਾਡੀ ਰਿਟ ਤੇ ਫੈਸਲਾ ਸੁਣਾਉਂਦੇ ਹੋਏ ਇਹ ਫੈਸਲਾ ਸੁਣਾਇਆ ਕਿ 22 ਅਗਸਤ ਨੂੰ ਇਲੈਕਸ਼ਨ ਹੋਊਗੀ ਔਰ 25 ਅਗਸਤ ਨੂੰ ਗਿਣਤੀ ਹੋਊਗੀ। ਤੁਹਾਨੂੰ ਯਾਦ ਹੋਊਗਾ ਉਸ ਵੇਲੇ ਸਰਦਾਰ ਸਰਨਾ ਸਾਹਿਬ ਨੇ ਇੱਕ ਵੀਡੀਓ ਪਾਈ ਸੀ ਜਿਸ 'ਚੋਂ ਕਹਿ ਰਹੇ ਸੀ ਕਿ ਮੈਨੂੰ ਬੜੀ ਖੁਸ਼ੀ ਆ, ਹਾਲਾਂਕਿ ਰੋ ਰਹੇ ਸੀ ਵੀਡੀਓ 'ਚ ਤੁਸੀਂ ਦੇਖਿਓ ਜੇ, ਔਰ ਇਹ ਕਹਿ ਰਹੇ ਸੀ ਕਿ ਮੈਨੂੰ ਖੁਸ਼ੀ ਆ ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਸੀ ਉਸ ਦਿਨ ਕਿ ਇਲੈਕਸ਼ਨ ਹੁਣ ਰੁਕ ਨਹੀਂ ਸਕਦੀ ਔਰ ਹੁਣ ਨਤੀਜੇ ਸਾਹਮਣੇ ਆਉਣਗੇ। ਫਿਰ ਉਹਨਾਂ ਨੇ ਬਾਲਾ ਸਾਹਿਬ ਹਸਪੀਟਲ ਦਾ ਕੰਮ ਰੁਕਵਾਉਣ ਤੋਂ ਬਾਅਦ ਇੱਕ ਨਵਾਂ ਕੋਰਟ 'ਚ ਕੇਸ ਪਾਇਆ ਔਰ ਉਹਦੇ 'ਚ ਇਹ ਕਿਹਾ, ਮੈਂ ਤੁਹਾਨੂੰ ਚਾਹੂੰਗਾ, ਮੈਂ ਵੀਰਾਂ ਸਾਹਿਬ ਨੂੰ ਕਾਗਜ਼ ਦਿੱਤਾ ਹੈ, ਇਹਦਾ ਪੈਰਾ ਨੰਬਰ 4 ਅਗਰ ਤੁਸੀਂ ਪੜ੍ਹੋਗੇ ਜਸਟਿਸ ਰੇਖਾ ਪੱਲੀ ਜੀ ਦਾ, ਸਾਨੂੰ ਜਿਹਦੀ ਕੱਲ੍ਹ ਕਾਪੀ ਦਿੱਤੀ ਗਈ ਆ, ਉਹਦੇ 'ਚ ਉਹਨਾਂ ਲਿਖਿਆ ਹੈ ਕਿ the learned counsel for petitioner submit that despite the petitioner repeated request for respondent to publication and supply of copy of audited report to him, he has not received no response. He therefore contends that the election of the respondent number 1 Gurdwara committee, which is likely to be held on 22nd A 2021 22 8 2021 ਨੂੰ likely ਮੰਨਦੇ ਪਏ ਸ਼ਾਇਦ ਹੋਣੀ ਨਹੀਂ, should not be held, ਹੋਣੀ ਹੀ ਨਹੀਂ ਚਾਹੀਦੀ till the audited report in this respect of last 3 years are published in newspapers according to the Delhi Gurdwara Management Committee Act। ਬੜੀ ਹੈਰਾਨਗੀ ਦੀ ਗੱਲ ਆ, 12 ਸਾਲ ਤੱਕ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਰਹੇ। ਅੱਜ ਉਹ ਕੇਸ ਪਾ ਰਹੇ ਨੇ ਕਿ ਜੀ ਅਖਬਾਰ 'ਚ ਆਡਿਟ ਰਿਪੋਰਟ ਨਹੀਂ ਛਪੀ। ਸਾਨੂੰ ਦੱਸ ਦੇਣ ਸਰਨਾ ਸਾਹਿਬ 12 ਸਾਲ ਕਿਹੜੇ ਅਖਬਾਰ 'ਚ ਛਪਾਉਂਦੇ ਰਹੇ ਸੀ, ਅਸੀਂ ਉਹ ਛਪਵਾ ਦਿੰਦੇ ਹਾਂ। ਆਡਿਟ ਦੀ ਰਿਪੋਰਟ ਸਾਰੇ ਮੈਂਬਰਾਂ ਲਈ ਜਨਤਕ ਹੈ, ਮੈਂ ਤੁਹਾਨੂੰ ਮੀਡੀਆ ਦੇ ਲੋਕਾਂ ਨੂੰ ਸਭ ਨੂੰ ਕਾਪੀ ਦਿੰਦਾ। ਔਰ 2016 ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ, 17 ਪ੍ਰਧਾਨ ਮਨਜੀਤ ਸਿੰਘ ਜੀਕੇ, 18 ਪ੍ਰਧਾਨ ਮਨਜੀਤ ਸਿੰਘ ਜੀਕੇ, ਉਹਨਾਂ ਦੇ ਵੇਲੇ ਦੀ ਆਡਿਟ ਰਿਪੋਰਟਾਂ ਨੂੰ ਛਾਪਣ ਨੂੰ ਕਹਿ ਰਹੇ ਆ ਸਾਨੂੰ, ਔਰ ਕਹਿ ਰਹੇ ਜੀ ਕਾਪੀ ਨਹੀਂ ਮਿਲਦੀ। ਸਾਰੇ ਓਪਨ ਬਾਜ਼ਾਰ ਦੇ ਅੰਦਰ ਕਾਪੀ ਆ, ਹਰ ਵਾਰ ਇਹ ਮੈਗਜ਼ੀਨਾਂ ਛਪਦੀ ਆ, ਜਿਹਨੂੰ ਚਾਹੀਦੀ ਆ ਕੇ ਲਵੇ। ਕਿਹਨੇ ਮਨਾ ਕੀਤਾ? ਔਰ ਸਾਰੇ ਮੀਡੀਆ ਦੇ ਭਰਾਵਾਂ ਨੂੰ ਅੱਜ ਅਸੀਂ ਦੇ ਕੇ ਭੇਜਾਂਗੇ, ਇੱਥੋਂ ਜਾਓ ਲੈ ਕੇ ਜਾਓ ਔਰ ਸਰਨਾ ਸਾਹਿਬ ਨੂੰ ਦਿਖਾਓ। ਗੁਰਦੁਆਰਾ ਕਮੇਟੀ ਦਾ ਬਹੁਤ ਨੁਕਸਾਨ ਹੋ ਰਿਹਾ, ਬਾਰ-ਬਾਰ ਚੁਣਾਵ ਜਿਹੜੇ ਡਿਲੇ ਹੋ ਰਹੀਆਂ ਨੇ, ਚੁਣਾਵ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ, ਆਚਾਰ ਸੰਹਿਤਾ ਲੱਗ ਜਾਂਦੀ ਆ, ਕੰਮ ਰੁਕਦੇ ਨੇ। ਹੁਣ ਹਸਪੀਟਲ ਜਿਹੜਾ ਹੈ ਉਸ ਨੂੰ ਇਹਨਾਂ ਨੇ ਕੰਮ ਨੂੰ ਰੁਕਵਾ ਦਿੱਤਾ ਇਹ ਕਹਿ ਕੇ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਚੁਣਾਵ ਇਹ ਹੋਣਾ ਨਹੀਂ ਚਾਹੀਦਾ, ਗੁਰਦੁਆਰਾ ਓਪਨ ਨਹੀਂ ਹੋਣਾ ਚਾਹੀਦਾ ਹਸਪੀਟਲ, ਕਿ ਸਾਨੂੰ ਪੋਲੀਟੀਕਲ ਇਹਦਾ ਨੁਕਸਾਨ ਹੋ ਜਾਊਗਾ। ਸਰਨਾ ਸਾਹਿਬ ਦਾ ਇਹ ਮੰਨਣਾ ਹੈ ਔਰ ਚੁਣਾਵ ਖੁਦ ਰੁਕਵਾ ਰਹੇ ਨੇ। ਔਰ ਅਗਰ ਇਹ ਚੁਣਾਵ ਰੁਕਵਾਉਣਗੇ, ਕਦੋਂ ਬਾਅਦ 'ਚ ਚੁਣਾਵ ਹੋਏਗਾ? ਗੁਰੂ ਘਰ ਦਾ ਕੰਮ ਬੰਦ ਰਹੇਗਾ, ਹਸਪੀਟਲ ਦਾ ਕੰਮ ਬੰਦ ਰਹੇਗਾ। ਆਪ ਐਡੇ ਹੀ ਹਾਰ ਤੋਂ ਡਰ ਗਏ ਜੇ ਸਰਨਾ ਸਾਹਿਬ, ਤੇ ਕੋਰਟ ਨੂੰ ਸਿੱਧਾ ਹੀ ਕਹਿ ਦਿਓ ਭਾਈ ਮੈਂ ਤੇ ਚੁਣਾਵ ਹੀ ਨਹੀਂ ਕਰਾਉਣਾ ਹੈਗਾ, ਜਦੋਂ ਤੱਕ ਮੇਰੀ ਜਿੱਤਣ ਦੀ ਗੱਲ ਨਹੀਂ ਬਣਦੀ ਮੈਂ ਚੁਣਾਵ ਨਹੀਂ ਕਰਾਉਣਾ, ਨਾ ਤੁਹਾਡੀ ਜਿੱਤਣ ਦੀ ਗੱਲ ਬਣੇ ਤੇ ਨਾ ਚੁਣਾਵ ਹੋਵੇ। ਇੰਨੇ ਹਾਲਾਤਾਂ ਤੋਂ ਡਰੇ ਹੋਏ ਨੇ, ਇੰਨੇ ਬੁਖਲਾਹਟ ਅੰਦਰ ਨੇ, ਔਰ ਸਾਰਾ ਦਿਨ ਇੰਨੀਆਂ ਕੋਸ਼ਿਸ਼ਾਂ ਕਰ ਲੀਆਂ, ਗੰਦ ਪਾਉਣ ਦੀ ਕੋਸ਼ਿਸ਼ਾਂ ਕਰ ਲੀਆਂ, ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਲੀਆਂ। ਜੋ ਦੁਨੀਆ ਭਰ ਦੇ ਅੰਦਰ ਸਿੱਖੀ ਨੂੰ ਬਦਨਾਮ ਕਰਨਾ, ਗੁਰੂ ਘਰਾਂ ਨੂੰ ਕੰਗਾਲ ਕਹਿਣਾ, ਹਸਪਤਾਲਾਂ 'ਚ ਮਰੀਜ਼ਾਂ ਨੂੰ ਨਕਲੀ ਕਹਿਣਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਤੇ ਜੋ ਸੰਤ ਬਾਬਾ ਬਚਨ ਸਿੰਘ ਜੀ ਨੇ ਕਾਰ ਸੇਵਾ ਕੀਤੀ ਉਹਨੂੰ ਝੂਠੀ ਕਾਰ ਸੇਵਾ ਕਹਿਣਾ ਜੀ ਉਹ ਤੇ ਹੋ ਹੀ ਨਹੀਂ ਰਹੀ ਸੇਵਾ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਹੁਣ ਹਾਰ ਦਿਖਦੀ ਆ ਤੇ ਕੋਰਟ ਚਲੇ ਗਏ ਔਰ ਕੋਰਟ ਦੇ ਅੰਦਰ ਕਰਤਾਰ ਸਿੰਘ ਵਿੱਕੀ ਚਾਵਲਾ ਜੀ ਵੱਲੋਂ ਕੇਸ ਪਵਾਇਆ ਗਿਆ ਹੈ ਔਰ ਇਹਦੀ 16 ਤਰੀਕ ਦੀ ਅਗਲੀ ਤਰੀਕ ਆ, ਮਤਲਬ ਪਰਸੋਂ ਦੀ। ਅਸੀਂ ਪਹਿਲਾਂ ਵੀ ਹਸਪੀਟਲ ਦਾ ਵੀ ਜਿਹਨਾਂ ਨੇ ਕੀਤਾ ਸੀ ਨੁਕਸਾਨ, ਅਸੀਂ ਉਦੋਂ ਵੀ ਬੜੀਆਂ ਬੇਨਤੀਆਂ ਕੀਤੀਆਂ ਸੀ। ਅੱਜ ਫਿਰ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਇੱਕ ਬੇਨਤੀ ਕਰਨ ਲੱਗੇ ਹਾਂ, ਸਰਦਾਰ ਸਰਨਾ ਸਾਹਿਬ ਇਹ ਚੁਣਾਵ ਨੂੰ ਨਾ ਰੁਕਵਾਓ, ਬਹੁਤ ਵੱਡਾ ਗੁਰੂ ਘਰਾਂ ਦਾ ਨੁਕਸਾਨ ਹੋਊਗਾ। ਚੁਣਾਵ
ਸੰਹਿਤਾ ਇਸੇ ਤਰ੍ਹਾਂ ਲੱਗੀ ਰਹੂਗੀ। ਜਿਹੜੇ ਰਾਗੀ ਢਾਡੀ ਕੀਰਤਨੀਏ ਨੇ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕੋਵਿਡ ਦੇ ਪਰਿਵਾਰਾਂ ਦਾ ਨੁਕਸਾਨ ਹੋ ਰਿਹਾ ਹੈ। ਹਸਪੀਟਲ ਨਾ ਚੱਲਣ ਕਰਕੇ ਜ਼ਰੂਰਤਮੰਦ ਸਿੱਖਾਂ ਦਾ ਨੁਕਸਾਨ ਹੋ ਰਿਹਾ ਹੈ ਔਰ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਨੁਕਸਾਨ ਹੋ ਰਿਹਾ ਹੈ। ਤੁਹਾਡੀ ਹਾਰ ਜਿੱਤ ਜੋ ਵੀ ਹੈ ਤੇ ਲੋਕਾਂ ਨੇ ਕਰਨੀ ਹੈ ਔਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪੂਰਨ ਵਿਸ਼ਵਾਸ ਆ। ਅਸੀਂ ਬੜੇ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦੇ ਹਾਂ, ਉਹਨਾਂ ਦੀਆਂ ਹਰ ਪਹਿਲਾਂ ਵੀ ਜਿੰਨੀਆਂ ਉਹਨਾਂ ਕੋਸ਼ਿਸ਼ਾਂ ਕੀਤੀਆਂ ਉਹ ਨਾਕਾਮ ਹੋਈਆਂ ਔਰ ਹੁਣ ਵੀ ਜਿਸ ਤਰ੍ਹਾਂ ਇਲੈਕਸ਼ਨ ਨੂੰ ਸਾਡਾ ਸਿੰਬਲ ਖੋਹਣ ਦੀ, ਪਾਰਟੀ ਰੱਦ ਕਰਾਉਣ ਦੀਆਂ ਉਹਨਾਂ ਦੀਆਂ ਕੁਝੀਆਂ ਸਾਜ਼ਿਸ਼ਾਂ ਨਾਕਾਮ ਹੋਈਆਂ ਸੀ। ਇਸੇ ਤਰ੍ਹਾਂ ਉਹ 16 ਤਰੀਕ ਨੂੰ ਕੋਰਟ 'ਚ ਵੀ ਹਾਰਨਗੇ ਤੇ 25 ਤਰੀਕ ਦੇ ਰਿਜ਼ਲਟ ਅੰਦਰ ਦਿੱਲੀ ਦੀ ਸੰਗਤ ਦੀ ਕਚਹਿਰੀ 'ਚ ਵੀ ਹਾਰਨਗੇ। ਹਰ ਸੂਰਤ ਅੰਦਰ ਇਹ ਇਲੈਕਸ਼ਨ ਕਰਾਵਾਂਗੇ ਔਰ ਮੈਂ ਮੀਡੀਆ ਦੇ ਭਰਾਵਾਂ ਨੂੰ ਅੱਜ ਇਸ ਕਰਕੇ ਬੇਨਤੀ ਕੀਤੀ ਆ, ਭਰਾ ਤੁਸੀਂ ਵੀ ਸਾਡੇ ਪਰਿਵਾਰ 'ਚ ਸਾਡਾ ਹਿੱਸਾ ਜੇ, ਤੁਸੀਂ ਜਾ ਕੇ ਸਰਨਾ ਜੀ ਨੂੰ ਅਪੀਲ ਕਰੋ ਇਹ ਕੰਮ ਨਾ ਕਰੋ, ਬਹੁਤ ਨੁਕਸਾਨ ਹੋ ਜਾਊਗਾ। ਹਾਂ, ਆਡਿਟ ਦੀ ਰਿਪੋਰਟ ਨਾਲ ਝੂਠ ਬੋਲਣਾ ਦਿੰਦੇ ਨਹੀਂ, ਇਸ ਕਰਕੇ ਮੈਂ ਆਡਿਟ ਦੀਆਂ ਰਿਪੋਰਟ ਦੀਆਂ ਕਾਪੀਆਂ ਤੁਹਾਨੂੰ ਹੀ ਦੇ ਕੇ ਭੇਜਣ ਲੱਗਾ। ਇਹ ਦੁਵਿਧਾ ਨਾ ਰਵੇ ਜਿਹੜਾ ਝੂਠ ਬੋਲਦੇ ਨੇ ਬਾਰ-ਬਾਰ। ਮੈਂ ਆਡਿਟ ਦੀ ਰਿਪੋਰਟ ਦੀਆਂ ਮੇਰੇ ਕੋਲ ਕਾਪੀਆਂ ਆ ਗਈਆਂ ਆ, ਮੈਂ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਹਨੂੰ ਆਡਿਟ ਦੀ ਰਿਪੋਰਟ ਚਾਹੀਦੀਆਂ ਨੇ ਔਰ ਉਹਨਾਂ ਨੇ ਤੇ ਮੰਗੀਆਂ ਨੇ 3 ਸਾਲ ਦੀਆਂ, ਮੈਂ ਤੇ ਭਾਈ 2020 ਤੱਕ ਦੀਆਂ ਹੋਈਆਂ ਪਈਆਂ ਆਡਿਟਾਂ ਸਾਰੀਆਂ ਦੇ ਦਿੰਦਾ ਹੈ। ਉਹਨਾਂ ਨੂੰ ਜਾ ਕੇ ਸਰਨਾ ਸਾਹਿਬ ਦੇ ਹੱਥ 'ਚ ਫੜਾ ਦਿਓ ਤੇ ਉਹਨਾਂ ਨੂੰ ਕਹੋ ਕੌਮ ਦਾ ਗੁਰੂ ਘਰਾਂ ਦਾ ਨੁਕਸਾਨ ਨਾ ਕਰੋ। ਧੰਨਵਾਦ। ਸਰ ਜੀ, ਇਹ ਜਿਹੜਾ ਕੇਸ ਸੀਗਾ 1.5 ਮਹੀਨੇ ਪਹਿਲੇ ਪਾਇਆ ਗਿਆ ਸੀਗਾ, ਡਿਲਾਈਟ ਦੀ ਕੰਪਨੀ ਨੇ ਜਿਹੜਾ ਆਡਿਟ ਕੀਤਾ ਸੀਗਾ, ਤੇ ਇਹ ਜਿਹੜੀ ਆਪਦੀ ਰਿਪੋਰਟ ਦੇ ਰਹੇ ਹੋ ਇਹ ਡਿਲਾਈਟ ਕੰਪਨੀ ਵਾਲੀ ਦੇ ਰਹੇ ਹੋ ਜਾਂ ਨਹੀਂ? ਡਿਲੋਇਟ ਨੇ ਕੋਈ ਇਹ ਆਡਿਟ ਜੋ ਉਹਨਾਂ ਨੇ ਮੰਗਿਆ ਮੈਂ ਉਹ ਦੱਸ ਰਿਹਾ ਹਾਂ, ਮੈਂ ਤੁਹਾਨੂੰ ਪੜ੍ਹ ਦਿੰਦਾ ਉਹਨਾਂ ਦਾ। ਨਹੀਂ, ਇਹਦੇ 'ਚ ਡਿਲਾਈਟ ਦਾ ਆਡਿਟ ਮੰਗਿਆ ਗਿਆ ਸੀਗਾ ਸਰ ਮੇਰੇ ਕੋਲ ਤੇ ਜੋ ਮੈਂ ਕੋਰਟ ਦਾ ਕਾਗਜ਼ ਤੁਹਾਡੇ ਕੋਲ ਪੜ੍ਹ ਦਿਓ, ਕਾਗਜ਼ ਕੋਰਟ ਦਾ ਆਰਡਰ। ਵਿੱਕੀ ਜੀ ਨਾਲ ਮੇਰੀ ਗੱਲ ਹੋਈ ਹੈ ਸਰ ਗੱਲ ਦੀ ਨਹੀਂ ਮੈਂ ਜਵਾਬ ਦੇ ਸਕਦਾ, ਮੈਂ ਤੇ ਕੋਰਟ ਦਾ ਜਵਾਬ ਦੇ ਸਕਦਾ। ਕੋਰਟ ਦਾ ਆਰਡਰ ਆ, ਪੜ੍ਹ ਲਓ, ਮੈਂ ਤੁਹਾਨੂੰ ਪੜ੍ਹ ਦਿੰਦਾ ਹੈ। ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦਾ ਗ੍ਰੀਵੈਂਸ ਇਹ ਆ ਕਿ 2016, 17, 18, 19 ਦੀ ਜਿਹੜੀਆਂ ਨੇ ਇਹਨਾਂ ਨੇ ਅਖਬਾਰ ਅੰਦਰ ਪਬਲਿਸ਼ ਨਹੀਂ ਕਰਾਈਆਂ। ਹੁਣ ਆਪਦੀ ਕਰੋਗੇ ਪਹਿਲੀ ਗੱਲ ਤਾਂ 2017 ਹੀ ਡਿਲਾਈਟ ਆਇਆ ਕਿੱਥੋਂ? ਨਹੀਂ ਕੋਈ ਗੱਲ ਨਹੀਂ, ਇਹਨਾਂ ਦੀ ਸੁਣ ਦੇਣੀ ਗੱਲ, ਮੈਂ ਇਹਨੂੰ ਜਵਾਬ ਦੇ ਦਿੱਤਾ। ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹ ਜਦੋਂ ਤੱਕ ਪਬਲਿਸ਼ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਇਲੈਕਸ਼ਨ ਨਹੀਂ ਕਰਾਉਣੀ। ਹੁਣ ਗੱਲ ਤੇ ਆ ਪਬਲਿਸ਼ ਹੋਣ ਨਾ ਹੋਏਗਾ ਕੀ? ਆ ਤਾਂ ਅਸੀਂ ਤੁਹਾਨੂੰ ਕਾਪੀਆਂ ਦੇ ਰਹੇ ਹਾਂ, ਲੈ ਜਾਓ। ਕਿੱਥੇ ਪਬਲਿਸ਼ ਕਰਾਈਏ ਬਈ? 16 ਤਰੀਕ ਤੇ ਪਰਸੋਂ ਆ, ਮੰਡੇ ਨੂੰ ਤੇ ਪਬਲਿਸ਼ ਹੋ ਨਹੀਂ ਸਕਦੀਆਂ ਅੱਜ ਤੇ ਪਬਲਿਸ਼ ਤੇ ਤਾਂ ਹੈ ਵੀ ਜੋ ਲੋਕੋਗੇ ਹੁਣੇ ਤੁਹਾਨੂੰ ਕਾਪੀਆਂ ਦੇ ਦਿੰਦੇ, ਤੁਸੀਂ ਆਪਣੀ ਟੀਵੀ ਤੇ ਪਾ ਦਿਓ। ਸਭ ਨੂੰ ਬੇਨਤੀ ਆਪਣੇ ਆਪਣੇ ਬਾਹਰ ਛਾਪ ਦਿਓ, ਅਸੀਂ ਕਿਹੜਾ ਕੋ ਮਨਾ ਕਰਦੇ ਪਏ ਹਾਂ ਬਈ? ਗੁਰੂ ਘਰ ਦੇ ਪੈਸੇ ਲੁਟਾਉਣਾ ਹੈ, ਅਗਰ ਉਹਨਾਂ ਦਾ ਪਰਪਸ ਆ ਤਾਂ ਉਹਨਾਂ ਦੀ ਮਰਜ਼ੀ ਆ, ਪਰ ਮੈਂ ਤਾਂ ਕਹਿ ਰਿਹਾ ਲੈ ਜਾਓ ਕਾਪੀਆਂ, ਜਿਹਨੂੰ ਚਾਹੀਦੀ ਆ। ਸਰਨਾ ਸਾਹਿਬ ਆਪਣੇ ਘਰ ਰੱਖ ਲੈਣ, ਇਹਨੂੰ ਸੰਭਾਲ ਕੇ ਰੱਖ ਲੈਣ, ਇਹਨੂੰ ਫੀਸ ਸ਼ੀਸ਼ੇ ਫਰੇਮ ਕਰਾ ਕੇ ਰੱਖ ਲੈਣ ਇਹਨੂੰ, ਹੋਰ ਦੱਸੋ ਕੀ ਚਾਹੀਦਾ। ਧੰਨਵਾਦ। ਦੂਜਾ ਮੈਂ ਥੋੜੀ ਇੱਕ ਜਾਣਕਾਰੀ ਦੇਣਾ ਚਾਹੁੰਦਾ ਹੈ, ਸਾਡੇ ਗੁਰਲੀਨਪ੍ਰੀਤ ਸਿੰਘ ਜੀ ਬੇਟੇ ਨਾਲ ਅੱਜ ਬਹੁਤ ਧੱਕਾ ਕੀਤਾ ਹੈ ਦਿੱਲੀ ਦੀ ਸਰਕਾਰ ਨੇ। ਫਿਰ ਇੱਕ ਵਾਰ ਗੁਰਲੀਨ ਇੱਧਰ ਆ ਜਾਓ। बेटा इधर ਇਹ ਫਤਿਹ, ਇਹ ਸਾਡਾ ਬੇਟਾ ਸਰਦਾਰ ਗੁਰਲੀਨਪ੍ਰੀਤ ਸਿੰਘ ਜੀ ਜਿਹੜੇ ਅੱਜ ਐਗਜ਼ਾਮ ਸੀ ਇਹਨਾਂ ਦਾ DSSB ਦਾ, ਦਿੱਲੀ ਸਬਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦਾ ਅੱਜ ਐਗਜ਼ਾਮ ਸੀ ਇਹਨਾਂ ਦਾ। ਔਰ ਇਹਨਾਂ ਨੇ ਕਿਉਂਕਿ ਅੰਮ੍ਰਿਤਧਾਰੀ ਸਾਡਾ ਭਰਾ ਹੈ, ਇਹਦੇ ਕਕਾਰਾਂ ਦੇ ਕਰਕੇ ਅੱਜ ਇਹਨੂੰ ਦਿੱਲੀ ਦੀ ਸਰਕਾਰ ਨੇ ਐਗਜ਼ਾਮ ਨਹੀਂ ਦੇਣ ਦਿੱਤਾ। ਅਸੀਂ ਪਹਿਲਾਂ ਵੀ ਕੋਰਟ ਤੋਂ ਵੀ ਆਰਡਰ ਲੈ ਕੇ ਆਏ ਸੀ, ਕੋਰਟ ਨੇ ਆਰਡਰ ਕੀਤਾ ਹੋਇਆ ਕਿ ਸੰਵਿਧਾਨ ਦੀ ਧਾਰਾ ਦੇ ਤਹਿਤ ਇਹਨਾਂ ਨੂੰ ਰਾਈਟ ਆ ਆਪਣੇ ਕਕਾਰਾਂ ਰੱਖਣ ਦਾ। ਇਹਨੂੰ ਕੱਲ ਜਦੋਂ ਐਗਜ਼ਾਮ ਵਾਸਤੇ ਗਿਆ ਇਹਨਾਂ ਅਲਾਉ ਕਰ ਦਿੱਤਾ, ਉਹ ਵੀ SSC ਦਾ ਐਗਜ਼ਾਮ ਸੀਗਾ ਔਰ ਅੱਜ ਕਾਹਦਾ ਸੀਗਾ? ਅੱਜ DSSB ਦਾ ਸੀਗਾ। ਔਰ ਉਹਨਾਂ ਨੇ ਜਦੋਂ ਇਹਨੇ ਕਿਹਾ ਕਿ ਮੇਰੇ ਤੁਸੀਂ ਕਕਾਰਾਂ ਤੋਂ ਬਿਨਾਂ ਐਗਜ਼ਾਮ ਨਹੀਂ ਦਊਂਗਾ, ਉਸ ਆਦਮੀ ਨੇ, ਕੀ ਨਾਮ ਉਹਦਾ ਮਿਸਟਰ ਸੁਰੇਸ਼ ਕੁਮਾਰ ਨੇ ਬਦਤਮੀਜ਼ੀ ਵੀ ਕੀਤੀ ਔਰ ਧੱਕੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ ਔਰ ਇਹਨਾਂ ਨੂੰ ਐਗਜ਼ਾਮ ਨਹੀਂ ਦੇਣ ਦਿੱਤਾ ਗਿਆ। ਮੈਂ ਬੇਨਤੀ ਕਰਨਾ ਚਾਹੁੰਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਮਨੀਸ਼ ਸਿਸੋਦੀਆ ਜੀ ਨੂੰ ਕਿ ਇਹ ਤੁਰੰਤ ਉਸ ਇੰਪਲੋਈ ਦੇ ਖਿਲਾਫ ਕਾਰਵਾਈ ਕਰਨ ਔਰ ਇਸ ਬੇਟੇ ਦਾ ਪੇਪਰ ਜਿਹੜਾ ਇਹਨੂੰ ਰੀ ਐਗਜ਼ਾਮਿਨ ਵਾਸਤੇ ਇਹਦੇ ਪੇਪਰ ਦੇ ਨੂੰ ਅਲਾਉ ਕਰਾਉਣ। ਅਸੀਂ ਹਾਈ ਕੋਰਟ ਅੰਦਰ ਕੱਲ੍ਹ ਹੀ ਮੂਵ ਕਰਾਂਗੇ ਮੰਡੇ ਨੂੰ ਹੀ, ਔਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਰਦਾਰ ਗੁਰਲੀਨਪ੍ਰੀਤ ਸਿੰਘ ਜੀ ਦਾ ਐਗਜ਼ਾਮ ਜਿਹੜਾ ਹੈ ਉਹ ਹੋਵੇ। ਪਿਛਲੀ ਤਰੀਕ 'ਚ ਵੀ ਅਸੀਂ ਕੋਰਟ ਦੀ ਬੇਟੀ ਦਾ ਜਿਹੜਾ ਹੋਇਆ ਸੀ ਉਹਦੇ ਵਾਸਤੇ ਵੀ ਅਸੀਂ ਕੋਰਟ 'ਚ ਜਾ ਕੇ ਆਰਡਰ ਲਿਆ ਸੀ, ਇਹਦੇ ਵਾਸਤੇ ਵੀ ਅਸੀਂ ਕੋਰਟ ਤੋਂ ਆਰਡਰ ਲੈ ਕੇ ਤੇ ਇਹਦਾ ਐਗਜ਼ਾਮ ਕਰਾਵਾਂਗੇ। ਪਰ ਅਸੀਂ ਦਿੱਲੀ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਰੰਤ ਐਸੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਦਿੱਲੀ ਸਰਕਾਰ ਨੇ 2 ਵਾਰਾਂ ਇਹ ਆਰਡਰ ਪਾਸ ਕੀਤਾ ਹੈ
ਕਿ ਸਿੱਖਾਂ ਨੂੰ ਕੋਈ ਰੋਕੇਗਾ ਨਹੀਂ ਐਗਜ਼ਾਮ ਦੇਣ ਤੋਂ। ਉਸ ਦੇ ਬਾਵਜੂਦ ਇਹ ਜਿਹੜਾ DSSB ਜਿਹੜਾ ਬੋਰਡ ਆ ਇਹ ਫਿਰ ਵੀ ਨਹੀਂ ਮੰਨਦਾ ਪਿਆ। ਸਰਕਾਰ ਨੂੰ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ। ਜਿਸ ਅਧਿਕਾਰੀ ਨੇ ਜੋ ਅਪਮਾਨ ਕੀਤਾ ਉਸ ਦੇ ਖਿਲਾਫ ਕੋਰਟ ਦੇ ਵਿੱਚ ਆਇਆ ਜਾਏ। ਬਿਲਕੁਲ ਉਹਦਾ ਨਾਮ ਦਿੱਤਾ ਜਾਊਗਾ ਕੋਰਟ ਅੰਦਰ। ਕੋਰਟ ਨੂੰ ਦੱਸਿਆ ਜਾਊਗਾ ਕਿ ਤੁਹਾਡੀ ਕੋਰਟ ਦੀ ਅਵਮਾਨਨਾ ਵੀ ਆ ਔਰ ਕਿਸੇ ਦੇ ਪਾਰਟਿਕੂਲਰ ਰਿਲੀਜਨ ਦੇ ਉੱਤੇ ਹਮਲਾ ਵੀ ਆ ਜੀ। ਅਸੀਂ ਉਦੋਂ ਵੀ ਕੋਰਟ 'ਚ ਉਸ ਕੇਸ ਨੂੰ ਲੈ ਗਏ ਹਾਂ। ਸਾਡੀ ਨਜ਼ਰ ਅੰਦਰ ਜਾਣਬੁੱਝ ਕੇ ਕੀਤਾ ਜਾ ਰਿਹਾ ਕਿਉਂਕਿ ਹਾਈ ਕੋਰਟ ਨੇ ਆਰਡਰ ਦੇ ਚੁੱਕਿਆ ਹੈ। ਦਿੱਲੀ ਦੀ ਸਰਕਾਰ ਨੂੰ ਇਹਦੇ ਤੇ ਸਟ੍ਰਿਕਟ ਐਕਸ਼ਨ ਲੈਣਾ ਪਊਗਾ। ਦਿੱਲੀ ਦੇ ਮੁੱਖ ਮੰਤਰੀ, ਦਿੱਲੀ ਦੇ ਸਿੱਖਿਆ ਮੰਤਰੀ ਜਦੋਂ ਤੱਕ ਉਹਨਾਂ ਲੋਕਾਂ ਨੂੰ ਸਸਪੈਂਡ ਨਹੀਂ ਕਰਦੇ ਨੌਕਰੀਆਂ ਤੋਂ, ਜਦੋਂ ਤੱਕ ਉਹਨਾਂ ਦੇ ਖਿਲਾਫ ਪ੍ਰੋਸੀਡਿੰਗਸ ਨਹੀਂ ਚਲਾਉਂਦੇ ਡਿਸਮਿਸਲ ਦੀਆਂ, ਤਾਂ ਤੱਕ ਇਹ ਲੋਕ ਸੁਧਰਨਗੇ ਨਹੀਂ। ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਨਾ ਬਿਲਕੁਲ ਜੀ, ਇੱਥੇ ਵੀ ਬਹੁਤ ਵੱਡਾ ਸਵਾਲ ਆ ਔਰ ਇਹਦਾ ਤੁਰੰਤ ਜਵਾਬ ਅੱਜ, ਕਿਉਂਕਿ ਸਾਡੇ ਲਈ ਵੱਡਾ, ਅਸੀਂ ਪੋਲੀਟੀਕਲ ਗੱਲਾਂ 'ਚ ਨਹੀਂ, ਸਾਡਾ ਚੈਲੰਜ ਸਾਡੇ ਇਹ ਬੇਟੇ ਦੀ ਐਗਜ਼ਾਮ ਸਾਡੇ ਲਈ ਬਹੁਤ ਵੱਡਾ ਚੈਲੰਜ ਆ। ਅਸੀਂ ਚਾਹੁੰਦੇ ਹਾਂ, ਅਸੀਂ ਤੇ ਅਪੀਲ ਕਰਾਂਗੇ ਮੁੱਖ ਮੰਤਰੀ ਜੀ ਨੂੰ ਵੀ, ਉਹਨਾਂ ਦੇ ਸਿੱਖਿਆ ਮੰਤਰੀ, ਉਪ ਮੁੱਖ ਮੰਤਰੀ ਜੀ ਨੂੰ ਵੀ, ਕਿ ਤੁਰੰਤ ਇਹਦੇ ਤੇ ਸੰਗਿਆਨ ਲੈਣ ਔਰ ਉਸ EMPLOYE ਦੇ ਖਿਲਾਫ ਕਾਰਵਾਈ ਕਰਨ ਜਿਹਨੇ ਸਾਡੇ ਬੇਟੇ ਨੂੰ ਐਗਜ਼ਾਮ ਦੇਣ ਤੋਂ ਰੋਕਿਆ। ਉਹ ਅਜੇ ਤੱਕ ਕਨਫਰਮ ਨਹੀਂ ਆ ਰਹੀ ਗੱਲ, ਮੈਂ ਨਾਮ ਲੈ ਠੀਕ ਹੈ ਬੇਟਾ ਤੇਰਾ ਕਰਾਉਂਗਾ। ਅੱਜ ਤੀਜਾ, ਅਸੀਂ ਅੱਜ ਬਹੁਤ ਵਧਾਈ ਦਿੰਦੇ ਹਾਂ ਸਰਦਾਰ ਭੁਪਿੰਦਰ ਸਿੰਘ ਜੀ ਸੱਭਰਵਾਲ, ਜਿਹੜੇ ਕਿ 2 ਵਾਰ ਮੈਂਬਰ ਰਹੇ ਨੇ। ਇਹਨਾਂ ਦੇ ਪਿਤਾ ਜੀ 27 ਸਾਲ ਤੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਰਹੇ ਨੇ ਔਰ ਦਿੱਲੀ ਦੇ ਇੱਕ ਜਾਨੀ ਮਾਨੀ ਹਸਤੀ ਆ, ਜੋ ਪਿਛਲੇ ਦਿਨਾਂ ਦੇ ਅੰਦਰ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਬਾਲਾ ਸਾਹਿਬ ਹਸਪੀਟਲ ਦਾ ਕੰਮ ਰੁਕਵਾਇਆ ਗਿਆ ਔਰ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ ਨੇ ਉਹਦਾ ਸਾਥ ਦਿੱਤਾ। ਉਹਦੇ ਚੱਲਦੇ ਸੱਭਰਵਾਲ ਸਾਹਿਬ ਨੇ ਜਦੋਂ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਂਪੁਰਖ ਕਾਰ ਸੇਵਾ ਵਾਲਿਆਂ ਦੇ ਕੰਮਾਂ ਦੇ ਅੰਦਰ ਅੜਿੱਕੇ ਕਿਉਂ ਪਾ ਰਹੇ ਜੇ, ਸੰਤ ਬਾਬਾ ਬਚਨ ਸਿੰਘ ਜੀ ਦੀ ਕਾਰ ਸੇਵਾ ਨੂੰ ਕਿਉਂ ਰੁਕਵਾ ਰਹੇ ਜੇ ਔਰ ਤੁਹਾਨੂੰ ਇਹਦੇ ਤੇ ਸਟੈਂਡ ਲੈਣਾ ਚਾਹੀਦਾ ਹੈ, ਤੇ ਬਜਾਏ ਇਸ ਦੇ ਕਿ ਇਹਦੇ ਖਿਲਾਫ ਸਟੈਂਡ ਲੈਂਦੇ, ਇਹਨਾਂ ਦੇ ਕਹਿਣ ਦੇ ਉੱਤੇ ਕਿ ਅਗਰ ਤੁਸੀਂ ਸਟੈਂਡ ਨਹੀਂ ਲਓਗੇ ਤੇ ਮੈਂ ਮਜਬੂਰ ਹੋ ਜਾਊਂਗਾ, ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜਿਆ ਹੈ, ਮੈਂ ਸਿੱਖ ਭਾਵਨਾਵਾਂ ਨਾਲ, ਲੋਕ ਮੈਨੂੰ ਸਵਾਲ ਪੁੱਛਦੇ ਪਏ ਨੇ ਕਿ ਬਾਲਾ ਸਾਹਿਬ ਦੇ ਹਸਪੀਟਲ ਦਾ ਕੰਮ ਰੁਕ ਗਿਆ, ਤੁਸੀਂ ਚੁੱਪ ਕਿਉਂ ਜੇ, ਤੇ ਮੈਂ ਬੋਲਣ ਨੂੰ ਮਜਬੂਰ ਹੋ ਜਾਊਂਗਾ। ਲੇਕਿਨ ਉਹਨਾਂ ਨੇ ਕੁਛ ਨਾ ਇਹਦਾ ਜਵਾਬ ਦੇਣ ਦੀ ਬਜਾਏ ਇਹਦੇ ਤੇ ਦੋਸ਼ ਬਦੋਸ਼ ਲਾਉਣੇ ਸ਼ੁਰੂ ਕੀਤੇ। ਔਰ ਮੈਂ ਧੰਨਵਾਦ ਕਰਦਾ ਹਾਂ ਕਿ ਜਗਦੀ ਜ਼ਮੀਰ ਵਾਲੇ ਲੋਕ ਅੱਜ ਵੀ ਬੈਠੇ ਨੇ, ਸਰਦਾਰ ਭੁਪਿੰਦਰ ਸਿੰਘ ਸੱਭਰਵਾਲ ਜਿਹੜੇ ਕਿ ਮੈਂਬਰ ਰਹੇ ਹੋਣ 2 ਵਾਰ, ਉਹਨਾਂ ਦੇ ਪਿਤਾ ਜੀ ਮੈਂਬਰ ਰਹੇ ਹੋਣ, ਦਿੱਲੀ ਦੇ ਅੰਦਰ ਇੱਕ ਸ਼ਖਸੀਅਤ ਹੋਣ ਔਰ ਆਪਣੇ ਕੈਂਡੀਡੇਚਰ ਨੂੰ ਛੱਡ ਕੇ, ਆਪਣੀ ਪਾਰਟੀ ਨੂੰ ਛੱਡ ਕੇ ਇੱਕ ਸਿਟਿੰਗ ਕੈਂਡੀਡੇਟ ਜਿਹੜਾ ਹੈ ਉਹਨੇ ਇਹ ਸਾਥ ਦੇਣਾ ਜ਼ਰੂਰੀ ਸਮਝਿਆ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ, ਕਿਉਂਕਿ ਹਸਪੀਟਲ ਦਾ ਰੋਜ਼ ਜਿਹੜਾ ਉਹਨਾਂ ਦੇ ਮਨ ਦੇ ਅੰਦਰ ਸੀਗਾ ਔਰ ਜੋ ਹਸਪੀਟਲ ਦਾ ਦਰਦ ਸਾਡੇ ਮਨ ਅੰਦਰ ਸੀਗਾ, ਇਹਨਾਂ ਸਾਡਾ ਸਾਥ ਦੇਣਾ ਠੀਕ ਸਮਝਿਆ। ਔਰ ਮੈਂ ਸਰਦਾਰ ਸੱਭਰਵਾਲ ਸਿੰਘ ਜੀ, ਸਰਦਾਰ ਭੁਪਿੰਦਰ ਸਿੰਘ ਜੀ ਸੱਭਰਵਾਲ ਜੀ, ਉਹਨਾਂ ਦੀ ਸਾਰੀ ਸਮੁੱਚੀ ਟੀਮ, ਅੱਜ ਇਹਨਾਂ ਨੇ ਸਵੇਰੇ ਬਹੁਤ ਵੱਡਾ ਪ੍ਰੋਗਰਾਮ ਸਮਾਗਮ ਕੀਤਾ, ਸਾਰੀਆਂ ਇਲਾਕੇ ਦਾ ਨਾਲ ਖੜਿਆ ਕੀਤਾ ਔਰ ਇਹ ਗੱਲ ਦਾ ਆਸ਼ਵਾਸਨ ਦਿੱਤਾ ਕਿ 6 ਦੀਆਂ 6 ਜਮਨਾ ਪਾਰ ਦੀਆਂ ਸੀਟਾਂ ਦੇ ਉੱਤੇ ਇਹ ਔਰ ਇਹਨਾਂ ਦੀ ਸਾਰੀ ਟੀਮ ਕੰਮ ਵੀ ਕਰੂਗੀ ਔਰ ਘਰ ਘਰ ਜਾ ਕੇ ਇਸ ਗੱਲ ਦਾ ਪ੍ਰਚਾਰ ਕਰਨਗੇ ਕਿ ਜੋ ਗੁਰੂ ਘਰ ਦਾ ਨੁਕਸਾਨ ਕਰਨ ਦਾ ਕੰਮ ਕਰ ਰਹੇ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਕੁਝ ਸਾਥ ਦੇ ਰਹੇ ਨੇ, ਇਹ ਬਹੁਤ ਹੀ ਮਾੜਾ ਹੈ, ਮੰਦਭਾਗਾ ਹੈ, ਇਹ ਕੌਮ ਦੇ ਨਾਲ ਇੱਕ ਬਹੁਤ ਵੱਡਾ ਧਰੋਹ ਆ। हाँ, विन विन है, जैसे आपने कहा एक विन नहीं है, 2 विन है। और इसलिए 2 विन है क्योंकि सारी पार्टियों ने कोशिश करके देख ली। जो कल तक एक दूसरे को गालियां निकालते थे, एक दूसरे के परिवार को तक को गलत बोलते थे, सरना साहब और जीके साहब, आजकल वो एक दूसरे के गले भी मिलते हैं और एक दूसरे को जिताने के लिए उनके इलाके में भी जाते हैं। कल सरना साहब इनके इलाके में पहुंचे हुए थे मनजीत सिंह जीके जी के भाई की कैंपेन करने के लिए। जबकि हैरानगी की बात यह है कि जिस मनजीत सिंह जीके दे भरा दी वो कैंपेन करन पहुंचे सीगे, चंद महीने पहला उन्होंने दे परिवार के बारे बहुत माड़े चंगे बोलते सी, मैं तो ऐसे अल्फाज बोल नहीं सकता, माफ़ी चाहूँगा। सरना साहब उन्होंने बारे बड़ा माड़ा बोलते सीगे और सरदार जीके साहब सरना साहब के परिवार और सरना साहब बारे जो कुछ कहते तुसीं सारे सुनते ही सी, पर हुण मजबूरी नूं देख के दोवें ने एक दूजे नूं जफ्फी पा ली आ और इस हद तक पा ली आ कि शायद ये पहली बार होया होगा कि 2 पार्टियां इलैक्शन लड़ रही ने
ਔਰ ਇੱਕ ਪਾਰਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਦੂਜੀ ਪਾਰਟੀ ਦੇ ਪ੍ਰਧਾਨ ਸਰਦਾਰ ਜੀਕੇ ਸਾਹਿਬ ਦੇ ਭਰਾ ਦੀ ਕੈਂਪੇਨ ਵਾਸਤੇ ਉਹ ਪਹੁੰਚੇ ਨੇ ਜਾ ਕੇ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦੀ ਕਨਸਟੀਚੁਐਂਸੀ 'ਚ। ਉਹੀ ਆ ਚੁਣਾਵ ਹੋਏਗਾ, ਕਿਉਂਕਿ ਇਹ ਬੜੀ ਵੱਡੀ ਸ਼ੰਕਾ ਸਭ ਦੇ ਦਿਲਾਂ 'ਚ ਹੈਗੀ ਹੈ ਕਿ ਚੁਣਾਵ ਹੋ ਰਿਹਾ ਹੈ ਜਾਂ ਨਹੀਂ, ਕਿਉਂਕਿ ਦੇਖੋ ਜੇ ਤੇ ਮੈਂ ਕੋਟਾਂ ਵੱਲ ਦੇਖਦਾ ਤੇ ਮੈਨੂੰ ਪਤਾ ਕੁਛ ਨਹੀਂ, ਪਰ ਜੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵੱਲ ਵੇਖਦਾ ਹੈ ਤੇ ਮੈਨੂੰ ਅਟੱਲ ਵਿਸ਼ਵਾਸ ਹੈ ਚੁਣਾਵ ਹੋਏਗਾ, ਹਰ ਸੂਰਤ ਅੰਦਰ ਹੋਏਗਾ, ਕੋਈ ਤਾਕਤ ਨੂੰ ਰੋਕ ਨਹੀਂ ਸਕੂਗਾ। ਠੀਕ ਹੈ ਜੀ, ਬਾਈਟ ਵੀ ਇੱਥੇ ਤੇ ਦੇਣਾ ਛੋਟੀ।